जब हम होते तब तू नहीं, अब तू ही मैं नहीं। जब हम होते तब तू नहीं, अब तू ही मैं नहीं। अनल अगम जैसे लहर मयूर दर्द, जल केवल जल माही। जब हम होते तब तू नहीं, अब तू ही मैं नहीं, अब तू ही मैं नहीं।
तू ही मैं नाही, अब तू ही मैं नाही। सर्वेक अनेके स्वामी, सब घट भोगवे सोई। कह रविदास हाथ पे नीरे, सहजे होए सोई, सहजे होए सोई। जब हम होते तब तू नाही, अब तू ही मैं 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 नाही। ਹੈਲੋ, ਜੈ ਗੁਰਦੇਵ, ਧੰਨ ਗੁਰਦੇਵ ਸਾਰੇ ਸੰਸਾਰ ਦੇ ਰਵਿਦਾਸੀਆਂ ਨੂੰ ਔਰ ਦੂਸਰੇ ਧਰਮਾਂ ਦੇ ਜੋ ਲੋਕ ਹਨ ਉਹਨਾਂ ਨੂੰ ਵੀ ਜੈ ਗੁਰਦੇਵ। ਹਮੇਸ਼ਾ ਦੀ ਤਰ੍ਹਾਂ ਅੱਜ ਦਾ ਪ੍ਰੋਗਰਾਮ ਜੋ ਹੈ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਇੰਟਰਨੈਸ਼ਨਲ ਇਸ ਪ੍ਰੋਗਰਾਮ ਦੇ ਅੰਡਰ ਹੋ ਰਿਹਾ ਹੈ ਔਰ ਵੀਨਸ ਟੈਲੀਵਿਜ਼ਨ ਦੇ ਸਕਾਈ ਤੇ 805 805 ਬੈਂਡ ਦੇ ਉੱਤੇ ਚੱਲ ਰਿਹਾ ਹੈ। ਔਰ ਅਸੀਂ ਹਮੇਸ਼ਾ ਦੀ ਤਰ੍ਹਾਂ ਜਿਸ ਤਰ੍ਹਾਂ ਪ੍ਰੋਗਰਾਮ ਸ਼ੁਰੂ ਹੋ ਚੁੱਕਾ, ਆਪ ਨੇ ਪਹਿਲਾਂ ਸੰਤਾਂ ਦੀ ਉਪਮਾ ਦੇ ਵਿੱਚ ਇੱਕ ਗੀਤ ਸੁਣਿਆ। ਸਾਡਾ ਅੱਜ ਦਾ ਜੋ ਪ੍ਰੋਗਰਾਮ ਹੈ ਹਮੇਸ਼ਾ ਦੀ ਤਰ੍ਹਾਂ ਅਸੀਂ ਇਹਨੂੰ ਇਸ ਗੱਲ ਤੱਕ ਲਿਮਟਿਡ ਰੱਖਾਂਗੇ, ਸ਼੍ਰੀ ਗੁਰੂ ਰਵਿਦਾਸ ਜੀ, ਰਵਿਦਾਸੀਆ ਧਰਮ ਔਰ ਹੋਲੀ ਬੁੱਕ ਰਵਿਦਾਸੀਆ ਅੰਮ੍ਰਿਤ ਬਾਣੀ ਧਰਮ ਗ੍ਰੰਥ। ਇਸ ਦੇ ਵਾਸਤੇ ਅੱਜ ਮੈਂ ਆਪ ਨੂੰ ਆਪ ਦੇ ਸਾਹਮਣੇ ਪੇਸ਼ ਕਰਾਂਗਾ ਸਾਡੇ ਹਰਮਨ ਪਿਆਰੇ ਗਿਆਨੀ ਨਰਿੰਦਰ ਸਿੰਘ ਜੀ। ਔਰ ਇਹਨਾਂ ਦੀ ਸੰਗਤ ਦੇ ਵਿੱਚ ਕਈ ਸਾਲ ਮੈਂ ਵੀ ਗੁਜ਼ਾਰੇ ਨੇ ਔਰ ਇਹਨਾਂ ਨੇ ਮੈਨੂੰ ਧਰਮ ਦੀ ਸਿੱਖਿਆ ਔਰ ਧਰਮ 'ਚ ਸੰਗੀਤ ਦੀ ਸਿੱਖਿਆ ਔਰ ਬਾਕੀ ਫਿਲਾਸਫੀ ਜੋ ਗੁਰੂ ਰਵਿਦਾਸ ਦੀ ਖਾਸ ਤੌਰ 'ਤੇ ਸੰਤ ਮਤ 'ਤੇ ਆਧਾਰਿਤ ਉਸ ਸੰਬੰਧ ਵਿੱਚ ਬਹੁਤ ਟ੍ਰੇਨ ਕੀਤਾ। ਮੈਂ ਬੜਾ ਧੰਨਵਾਦੀ ਹਾਂ। ਕਮਿਊਨਿਟੀ ਦੀ ਹੁਣ ਵੀ ਸਰਵਿਸ ਕਰ ਰਹੇ ਨੇ, ਟੈਲੀਵਿਜ਼ਨ 'ਤੇ ਵੀ ਜਾਂਦੇ ਨੇ, ਰੇਡੀਓ 'ਤੇ ਵੀ ਜਾਂਦੇ ਨੇ ਅਤੇ ਗ੍ਰਹਿ ਵਿਖੇ ਵੀ ਲੋਕਾਂ ਦੇ ਪ੍ਰਚਾਰ ਕਰਦੇ ਨੇ। ਮੈਂ ਗਿਆਨੀ ਜੀ ਤੁਹਾਨੂੰ ਜੈ ਗੁਰਦੇਵ ਬੁਲਾਉਂਦਾ ਹਾਂ ਅਤੇ ਪਬਲਿਕ ਦੇ ਸਾਹਮਣੇ, ਰਵਿਦਾਸੀਆਂ ਦੇ ਸਾਹਮਣੇ ਆਪ ਨੂੰ ਪੇਸ਼ ਕਰਦਾ ਹਾਂ। ਸਿਰਫ ਇੱਕ ਬੇਨਤੀ ਨਾਲ, ਸਮਾਂ ਬੜਾ ਥੋੜ੍ਹਾ ਹੋਣਾ ਆ, ਤੁਸੀਂ ਸਾਨੂੰ ਜਿੱਦਾਂ ਔਰਗੇਨਾਈਜ਼ਡ ਸੰਸਥਾਪਕ ਰੂਪ ਵਿੱਚ ਰਿਲੀਜਨ ਸਥਾਪਿਤ ਹੁੰਦੇ ਨੇ ਉਸ ਸੰਬੰਧ ਵਿੱਚ ਰਵਿਦਾਸੀਆ ਧਰਮ, ਸ਼੍ਰੀ ਗੁਰੂ ਰਵਿਦਾਸ ਜੀ ਔਰ ਅੰਮ੍ਰਿਤ ਬਾਣੀ ਦੇ ਸੰਬੰਧ ਦੇ ਵਿੱਚ ਚਾਨਣਾ ਪਾਉਣਾ ਹੈ। ਇਸ ਦੀ ਜ਼ਰੂਰਤ ਕਿਉਂ ਹੈ, ਇਹ ਸਹੀ ਗੱਲ ਹੈ ਔਰ ਸਾਨੂੰ ਜੋ ਰਵਿਦਾਸੀਏ ਹਨ ਉਹਨਾਂ ਨੂੰ ਇਹ ਚੀਜ਼ਾਂ ਅਪਣਾਉਣੀਆਂ ਅਤ ਜ਼ਰੂਰੀ ਆ, ਤਾਂ ਹੀ ਰਵਿਦਾਸੀਏ ਬਣ ਸਕਦੇ ਹਾਂ। ਤੁਸੀਂ ਇਸ ਸੰਬੰਧ ਵਿੱਚ ਆਪਣਾ ਗਿਆਨ ਜੋ ਹੈ ਉਹਦੇ ਲਿਹਾਜ਼ ਨਾਲ ਸਾਨੂੰ ਰਹਿਨਮਾਈ ਕਰੋ। ਗਿਆਨੀ ਜੀ ਨਰਿੰਦਰ ਸਿੰਘ ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜਾਣਦੇ ਹੋ ਕਿ ਹਰ ਮਨੁੱਖ ਕਿਸੇ ਨਾ ਕਿਸੇ ਧਰਮ ਦੇ ਨਾਲ ਜੁੜਿਆ ਹੋਇਆ। ਹਰ ਮਨੁੱਖ ਨੂੰ ਆਪਣਾ ਧਰਮ ਪਿਆਰਾ ਹੈ ਔਰ ਹਰ ਮਨੁੱਖ ਇਹ ਯਤਨਸ਼ੀਲ ਹੁੰਦਾ ਹੈ ਕਿ ਮੇਰਾ ਧਰਮ ਪ੍ਰਫੁੱਲਤ ਹੋਵੇ। ਉਸ ਨੂੰ ਪ੍ਰਫੁੱਲਤ ਕਰਨ ਵਾਸਤੇ ਹਰ ਮਨੁੱਖ ਉਹ ਕੀ ਕਰ ਰਿਹਾ ਹੈ ਆਪਣੇ ਤੌਰ 'ਤੇ। ਗੁਰੂ ਪਿਆਰੀ ਸਾਧ ਸੰਗਤ, ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਆਪ ਜਾਣਦੇ ਹੋ ਜੋ ਕਿ ਚਮਾਰ ਜਾਤੀ ਦੇ ਵਿੱਚ ਪੈਦਾ ਹੋਏ।
ਔਰ ਬਹੁਤ ਸਮਾਂ ਹੋ ਚੁੱਕਾ ਹੈ, ਤਕਰੀਬਨ 6 ਸਾਲ ਤੋਂ ਉੱਪਰਲਾ ਸਮਾਂ, ਜਦੋਂ ਤੋਂ ਲੈ ਕੇ ਰਵਿਦਾਸ ਮਹਾਰਾਜ ਦੇ ਜੋ ਪੈਰੋਕਾਰ ਨੇ ਉਹਨਾਂ ਦੀ ਬਾਣੀ ਇੱਧਰੋਂ ਉੱਧਰੋਂ ਪੜ੍ਹਦੇ ਰਹੇ ਔਰ ਉਹਨਾਂ ਦੀ ਇਤਿਹਾਸ ਦੀ ਖੋਜ ਕਰਦੇ ਰਹੇ। ਪਰ ਗੁਰੂ ਪਿਆਰੀ ਸਾਧ ਸੰਗਤ, ਸਤਿਗੁਰੂ ਰਵਿਦਾਸ ਮਹਾਰਾਜ ਦੀ ਜੋ ਬਾਣੀ ਨੂੰ ਲੈ ਕੇ ਸੰਗਤਾਂ ਨਮਸਕਾਰ ਕਰਦੀਆਂ ਨੇ। ਸਤਿਗੁਰੂ ਰਵਿਦਾਸ ਮਹਾਰਾਜ ਜੋ ਕਿ ਰਵਿਦਾਸੀਆ ਕਮਿਊਨਿਟੀ, ਜਦੋਂ ਕਿ ਸਵਾਲ ਕੀਤਾ ਜਾਂਦਾ ਸੀ, ਮੈਂ ਵੀ ਬਚਪਨ ਤੋਂ ਇਹ ਸੁਣਦਾ ਆ ਰਿਹਾ ਕਿ ਅਸੀਂ ਰਵਿਦਾਸੀਏ ਹਾਂ, ਅਸੀਂ ਰਵਿਦਾਸੀਏ ਹਾਂ। ਇਹ ਗੱਲ ਪਰਪੱਕ ਹੋ ਗਈ ਕਿ ਸਤਿਗੁਰੂ ਰਵਿਦਾਸ ਮਹਾਰਾਜ ਦੇ ਜੋ ਪੈਰੋਕਾਰ ਨੇ ਉਹ ਰਵਿਦਾਸੀਏ ਨੇ। ਪਰ ਜਦੋਂ ਧਰਮ ਦੀ ਗੱਲ ਹੁੰਦੀ ਹੈ ਕਿ ਹਰ ਧਰਮ ਦਾ ਕੋਈ ਨਾ ਕੋਈ ਗ੍ਰੰਥ ਹੈ ਔਰ ਹਰ ਧਰਮ ਗ੍ਰੰਥ ਦੇ ਵਿੱਚ ਪਰਮਾਤਮਾ ਦੀ ਉਸਤਤ ਹੈ ਔਰ ਸਮਾਜ ਦੇ ਜੋ ਕਾਰੋਬਾਰ ਨੇ ਉਹ ਵੀ ਧਰਮ ਗ੍ਰੰਥਾਂ ਦੇ ਨਾਲ ਕੀਤੇ ਜਾਂਦੇ ਨੇ। ਸੋ ਗੁਰੂ ਪਿਆਰੀ ਸਾਧ ਸੰਗਤ, ਜੋ ਕਿ ਰਵਿਦਾਸੀਆ ਕੌਮ, ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਸੀ ਕਿ ਧਰਮ ਤੇ ਤੁਹਾਡਾ ਰਵਿਦਾਸੀਆ ਹੈ ਪਰ ਤੁਹਾਡਾ ਗ੍ਰੰਥ ਕਿਹੜਾ ਹੈ, ਜਦੋਂ ਇਹ ਪੁੱਛਿਆ ਜਾਂਦਾ ਤੇ ਸਾਡੇ ਕੋਲ ਜਵਾਬ ਕੀ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਜਦ ਕਿ ਸਭ ਜਾਣਦੇ ਨੇ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖ ਇਜ਼ਮ ਦੇ ਨਾਲ ਸੰਬੰਧਿਤ ਹੈ। ਅੱਜ ਸੰਗਤਾਂ ਨੇ ਲੋੜ ਮਹਿਸੂਸ ਕੀਤੀ ਕਿ ਇਹ ਜੋ ਅਧੂਰਾ ਹੀ ਧਰਮ ਲਟਕ ਰਿਹਾ ਸੀ ਉਸ ਨੂੰ ਪੂਰਨ ਕਰਨ ਵਾਸਤੇ ਬੇਅੰਤ ਬੁੱਧੀਮਾਨ ਜੀਵੀਆਂ ਜੋ ਕਿ ਇਸ ਧਰਮ ਨੂੰ ਪੂਰਨ ਕਰਨ ਵਾਸਤੇ ਆਪਣੇ ਜੀਵਨ ਵਿੱਚ ਸੰਘਰਸ਼ ਕਰ ਰਹੇ ਸਨ। ਤੇ ਬੜੀ ਖੁਸ਼ੀ ਦੀ ਗੱਲ ਹੋਈ ਕਿ ਜਦੋਂ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਇਹ ਸਥਾਪਨ ਕੀਤੀ ਗਈ, ਉਹਨਾਂ ਦੇ ਹੀ ਜਨਮ ਸਥਾਨ ਤੋਂ ਸ਼ੀਰ ਗੋਵਰਧਨਪੁਰ ਬਨਾਰਸ ਕਾਂਸੀ ਤੋਂ, ਉਸ ਦਿਨ ਤੋਂ ਇਸ ਧਰਮ ਦੀ ਜੋ ਊਣਤਾਈ ਸੀ, ਜੋ ਕਮੀ ਸੀ, ਉਹ ਪੂਰੀ ਹੋਈ ਜੀ। ਔਰ ਸੰਗਤਾਂ ਨੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਨੇ ਬੜੀ ਖੁਸ਼ੀ ਮਨਾਈ ਕਿ ਅੱਜ ਧਰਮ ਜੋ ਸਾਡਾ ਸੰਪੂਰਨ ਹੋਇਆ ਹੈ। ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਜਿੱਥੇ ਵੀ ਧਰਮ ਲਿਖਣਾ ਹੈ ਅਸੀਂ ਰਵਿਦਾਸੀਆਂ ਹਾਂ। ਔਰ ਗੁਰੂ ਪਿਆਰੀ ਸਾਧ ਸੰਗਤ, ਹੁਣ ਤੇ ਸਾਨੂੰ ਕੋਈ ਝਕਣ ਦੀ ਲੋੜ ਨਹੀਂ। ਇਸ ਵੇਲੇ ਤੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਸੰਪੂਰਨ ਕਿਰਪਾ ਹੋਈ ਹੈ। ਉਹ ਵੱਖਰੀ ਗੱਲ ਹੈ ਕਿ ਮਨੁੱਖ ਦਾ ਹੰਕਾਰ ਕਬੂਲ ਨਾ ਕਰੇ ਜੀ, ਕਿਉਂਕਿ ਇਹ ਧਰਮਾਂ ਦੇ ਵਿੱਚ ਐਸੀਆਂ ਗੱਲਾਂ ਚੱਲਦੀਆਂ ਹੀ ਨੇ। ਕੋਈ ਵੀ ਧਰਮ ਹੋਵੇ ਉਸ ਦੇ ਵਿੱਚ ਗੁਰਮੁਖ ਵੀ ਹੁੰਦੇ ਆ ਤੇ ਮਨਮੁਖ ਵੀ ਹੁੰਦੇ ਆ ਤੇ ਨਿਮਰਤਾ ਵਾਲੇ ਵੀ ਹੁੰਦੇ ਆ ਤੇ ਸ਼ੈਤਾਨ ਵੀ ਹੁੰਦੇ ਆ। ਪਰ ਸਤਿਗੁਰੂ ਪਾਤਸ਼ਾਹ ਜਿਨ੍ਹਾਂ ਨੇ ਪਰਉਪਕਾਰ ਕੀਤੇ, ਜਿਨ੍ਹਾਂ ਨੇ ਆਪਣੇ ਜੀਵਨ ਨਿਸ਼ਾਵਰ ਕੀਤੇ ਹੈ, ਉਹਨਾਂ ਦਾ ਜੋ ਮਿਸ਼ਨ ਚੱਲਦਾ ਹੈ ਉਹ ਕਦੇ ਰੁਕਦਾ ਨਹੀਂ। ਉਹ ਕਿਸੇ ਦੇ ਰੁਕਦਾ ਨਹੀਂ, ਕਿਉਂਕਿ ਉਸ ਦੇ ਵਿੱਚ ਸੱਚ ਦੀ ਗੱਲ ਹੈ। ਔਰ ਸੱਚ ਕੀ ਹੈ? ਪਰਮਾਤਮਾ। ਪਰਮਾਤਮਾ ਦੀ ਗੱਲ ਨੂੰ ਸਮਝਣ ਵਾਸਤੇ ਸਾਨੂੰ ਇਹ ਬਾਣੀ ਮਿਲੀ ਔਰ ਬਾਣੀ ਦੇ ਵਿੱਚ ਉਸਤਤ ਕਿਸ ਦੀ ਕੀਤੀ ਗਈ ਹੈ? ਉਸ ਦੇ ਵਿੱਚ ਰਵਿਦਾਸ ਦੀ ਉਸਤਤ ਨਹੀਂ, ਉਸ ਮਾਲਕ ਦੀ ਉਸਤਤ ਹੈ। ਔਰ ਕੋਈ ਵੀ ਧਾਰਮਿਕ ਗ੍ਰੰਥ ਹੈ ਕਿਸੇ ਵੀ ਧਰਮ ਦਾ, ਕਿਸੇ ਵੀ ਕੌਮ ਦਾ, ਕੇਵਲ ਉਸ ਪਰਮਾਤਮਾ ਦੀ ਉਸਤਤ ਹੈ। ਇਸ ਕਰਕੇ ਇਸ ਪਰਮਾਤਮਾ ਦੀ ਸੂਝ-ਬੂਝ ਪ੍ਰਾਪਤ ਕਰਨ ਵਾਸਤੇ ਮਨੁੱਖ ਨੂੰ ਇਹ ਮਹਾਂਪੁਰਖਾਂ ਨੇ ਬਾਣੀ ਬਖਸ਼ਿਸ਼ ਕੀਤੀ ਹੈ। ਤੇ ਨਾਲ ਨਾਲ ਜੋ ਧਾਰਮਿਕ ਗ੍ਰੰਥ ਸਮਾਜ ਦੇ ਕੰਮ ਕਰਦੇ ਨੇ ਜੀ। ਸਮਾਜ ਦੇ ਵਿੱਚ ਜਿਵੇਂ ਕਿ ਵਿਆਹ ਸ਼ਾਦੀਆਂ ਹੁੰਦੇ ਨੇ, ਮਿਰਤਕ ਦੇ ਪ੍ਰੋਗਰਾਮ ਹੁੰਦੇ ਨੇ, ਹੋਰ ਸਮਾਜ ਦੇ ਢਾਂਚੇ ਨੂੰ ਚਲਾਉਣ ਵਾਸਤੇ ਧਾਰਮਿਕ ਗ੍ਰੰਥਾਂ ਦਾ ਆਸਰਾ ਲਿਆ ਜਾਂਦਾ ਹੈ। ਔਰ ਇਹ ਸਵਾਲ ਮੈਂ ਆਪਣੇ ਬਾਲੀ ਜੀ ਤੁਹਾਡੇ ਕੋਲੋਂ ਪੁੱਛਦਾ ਹਾਂ, ਕਿਉਂਕਿ ਕਈ ਸਾਲ ਹੋ ਗਏ ਤੁਹਾਨੂੰ ਇਸ ਧਰਮ ਦੇ ਨਾਲ ਜੁੜੇ ਹੋਏ ਨੂੰ ਔਰ ਗ੍ਰੰਥ ਦੇ ਨਾਲ ਜੁੜੇ ਹੋਏ ਨੂੰ, ਕਿ ਕੀ ਜੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਇਹ ਅੰਮ੍ਰਿਤ ਬਾਣੀ ਤਿਆਰ ਕੀਤੀ ਗਈ ਹੈ, ਇਹ ਸਾਡੇ ਸਮਾਜ ਦੇ ਕੰਮ ਸੰਪੂਰਨ ਕਰ ਸਕਦੀ ਹੈ? ਹਾਂਜੀ ਗਿਆਨੀ ਜੀ, ਬਹੁਤ ਤੁਹਾਡਾ ਧੰਨਵਾਦ ਜਿਹੜਾ ਕਿ ਤੁਸੀਂ ਸੰਖੇਪ ਰੂਪ ਵਿੱਚ ਕਿਸੇ ਵੀ ਧਰਮ ਵਾਸਤੇ ਉਹਨਾਂ ਦਾ ਧਰਮ ਗ੍ਰੰਥ ਹੋਣਾ ਜ਼ਰੂਰੀ ਆ। ਇਹ ਧਰਮ ਦੇ ਪਿਲਰਸ, ਸਤੂਨ ਹੁੰਦੇ ਆ ਕਿ ਪ੍ਰੋਫਿਟ ਹੋਵੇ, ਗੁਰੂ ਮਹਾਰਾਜ ਹੋਣ,
ਉਹਨਾਂ ਦਾ ਜਨਮ ਸਥਾਨ ਹੋਵੇ ਉਹ ਤੀਰਥ ਸਥਾਨ ਵਾਂਗੂ। ਉਸ ਤੋਂ ਇਲਾਵਾ ਉਹਨਾਂ ਦਾ ਧਰਮ ਗ੍ਰੰਥ ਹੋਣਾ ਚਾਹੀਦਾ ਜਿਹ ਤੋਂ ਪਰਮਾਤਮਾ ਦੀ ਰਹਿਨਮਾਈ। ਉਸ ਤੋਂ ਇਲਾਵਾ ਜੀਵਨ ਦੇ ਵਿੱਚ ਇਨਸਾਨ ਨੇ, ਜਿਵੇਂ ਤੁਸੀਂ ਦੱਸਿਆ, ਆਪਣੀਆਂ ਮੇਜਰ ਇਵੈਂਟਸ, ਜਨਮ, ਮਰਨ, ਸ਼ਾਦੀ, ਹੋਰ ਕੋਈ ਬਿਜ਼ਨਸ ਸਟਾਰਟ ਕੀਤਾ, ਕੰਮਕਾਰ ਸਟਾਰਟ ਕੀਤਾ, ਜਾਂ ਵੈਸੇ ਸੁੱਖ ਸ਼ਾਂਤ ਦੇ ਵਾਸਤੇ ਗ੍ਰਹਿ ਵਿਖੇ ਪਾਠ ਵਗੈਰਾ ਕਰਾਉਣਾ। ਇਹ ਬਿਲਕੁਲ ਦਰੁਸਤ ਹੈ ਗਿਆਨੀ ਜੀ ਕਿ ਮੈਂ ਬਚਪਨ ਤੋਂ ਹੀ ਇਹ ਮੈਨੂੰ ਕੁਐਸਟ ਜਿਹਨੂੰ ਕਹਿੰਦੇ ਆ, ਮੇਰੀ ਲਾਲਸਾ ਜਾਂ ਮੇਰੀ ਇੱਛਾ ਸੀ ਕਿ ਮੈਨੂੰ ਨਰੋਲ ਯੂਨੀਕ ਰੂਪ ਦੇ ਵਿੱਚ ਮੇਰੇ ਵੀ ਗੁਰੂ ਦਾ ਗ੍ਰੰਥ, ਮੇਰੀ ਕਮਿਊਨਿਟੀ, ਮੇਰਾ ਧਰਮ ਬਾਕੀ ਧਰਮਾਂ ਵਾਂਗੂ ਆਜ਼ਾਦੀ ਦੇ ਨਾਲ ਮੰਨਣ, ਮਨਾਉਣ ਲਈ, ਚੱਲਣ ਚਲਾਉਣ ਲਈ ਮਿਲੇ। ਉਹਦੇ ਸੰਬੰਧ ਵਿੱਚ ਜਿੰਨਾ ਮੈਂ ਪਹਿਲਾਂ ਜ਼ਿਕਰ ਕੀਤਾ, ਤੁਸੀਂ ਵੀ ਮੈਨੂੰ ਬੜਾ ਟ੍ਰੇਨਡ ਕੀਤਾ, ਹੋਰ ਕਈ ਸੰਤ ਮਹਾਤਮਾ ਹੋਏ ਹਨ ਉਹਨਾਂ ਨੇ ਵੀ ਕੀਤਾ, ਮੈਂ ਨਾਂ ਲੈਣ ਲੱਗਣ ਦਾ ਸਮਾਂ ਖਤਮ ਹੋ ਜਾਏਗਾ। ਸੋ ਮੈਨੂੰ ਆਪਣੀ ਵੀ ਜਿਹੜੀ ਬੁੱਧੀਮਤਾ ਹੈ, ਗੁਰੂ ਮਹਾਰਾਜ ਦਾ ਆਸ਼ੀਰਵਾਦ, ਉਹਦੇ ਮੁਤਾਬਕ ਮੈਂ ਬਹੁਤ ਜਗ੍ਹਾ ਦੇ ਉੱਤੇ ਇਹ ਪ੍ਰੋਗਰਾਮ ਜੋ ਤੁਸੀਂ ਪੁੱਛਿਆ ਹੈ ਕਿ ਮੈਂ ਜਨਮ ਦੇ ਸੰਬੰਧ ਵਿੱਚ ਬਾਣੀ ਦਾ ਪਾਠ ਕੀਤਾ ਹੈ। ਲੰਡਨ ਦੇ ਵਿੱਚ ਸਪੈਸ਼ਲੀ ਸ਼੍ਰੀ ਗੁਰਦਾਸ ਮਿਸ਼ਨ ਲੰਡਨ ਵਾਲਿਆਂ ਨਾਲ ਮੈਨੂੰ ਇਹ ਪ੍ਰੀਸਟ ਜਾਂ ਅਸਿਸਟੈਂਟ ਪ੍ਰੀਸਟ ਦੀ ਦਿੱਤੀ ਹੈ ਜੋਬ, ਪਬਲਿਕ ਅਫੇਅਰ ਸੈਕਟਰੀ। ਮੈਂ ਵਿਆਹ ਸ਼ਾਦੀਆਂ ਦੇ ਉੱਤੇ ਕਈਆਂ ਸਾਲਾਂ ਤੋਂ ਇਸ ਰਵਿਦਾਸੀਆ ਧਰਮ ਦੀ ਮਰਜ਼ਾਦਾ ਅਨੁਸਾਰ ਰਵਿਦਾਸੀਆ ਧਰਮ ਗ੍ਰੰਥ ਅੰਮ੍ਰਿਤ ਬਾਣੀ ਦੇ ਵਿੱਚੋਂ ਜੋ ਵੀ ਤੌਰ ਤਰੀਕਾ ਹੈ, ਲਾਵਾਂ ਹਨ, ਜੋ ਵੀ ਹੈ ਸਿੱਖਿਆ, ਉਹ ਪੜ੍ਹੀ ਹੈ, ਗਾਈ ਹੈ। ਖੁਸ਼ੀ ਦੀ ਗੱਲ ਹੈ ਕਿ ਜਿਨ੍ਹਾਂ ਪੁਰਾਣੇ ਕਈ ਸਾਲ ਹੋਏ ਬੱਚਿਆਂ ਦੇ ਵਿਆਹ ਸ਼ਾਦੀਆਂ ਕੀਤੇ, ਗਿਆਨੀ ਜੀ ਆਪ ਨੂੰ ਖੁਸ਼ੀ ਹੋਵੇਗੀ, ਉਹਨਾਂ ਦੇ ਗਾਂ ਜੋ ਬੱਚੇ ਹੋਏ ਹਨ ਉਹਨਾਂ ਦੇ ਜਨਮ ਦੀ ਜੋ ਬਰਸੀਆਂ ਹਨ ਜਾਂ ਸਮਾਗਮ ਹੈ ਜਾਂ ਪ੍ਰੋਗਰਾਮ ਜੋ ਵੀ ਹੈ, ਜਾਂ ਬੱਚੇ ਨੂੰ ਲੈ ਕੇ ਪਹਿਲੀ ਵਾਰੀ ਗੁਰੂ ਘਰ ਆਏ, ਹਾਂਜੀ, ਤੇ ਉੱਥੇ ਉਹਨਾਂ ਨੇ ਫਿਰ ਪਾਠ ਕਰਵਾਏ, ਰਾਈਟ, ਉਸ ਸੰਬੰਧ ਵਿੱਚ ਵੀ ਪਾਠ ਕੀਤਾ। ਉਸ ਬਾਣੀ ਵਿੱਚ ਉਹ ਪਾਠ ਜਿਹੜਾ ਚਾਹੀਦਾ ਉਸ ਵੇਲੇ ਉਹ ਵਿੱਚ ਅੰਕਿਤ ਹੈ। ਇਸੇ ਤਰ੍ਹਾਂ ਸ਼ਰਧਾ ਦੇ ਨਾਲ ਮੈਂ ਕਹਿ ਰਿਹਾ, ਫਿਰ ਕਿ ਸਾਰਿਆਂ ਦਾ ਨਾਂ ਤੇ ਨਹੀਂ ਲੈਣਾ, ਸਮੇਂ ਲਵਾਂਗੇ, ਲੇਕਿਨ ਜੋ ਸਵਰਗਵਾਸੀ ਲੋਕ ਹਨ ਜਿਨ੍ਹਾਂ ਨੇ ਇਸ ਪਾਸੇ ਸਾਨੂੰ ਲਾਇਆ, ਸ਼੍ਰੀ ਗੁਰੂ ਰਵਿਦਾਸ ਜੀ ਦੀ ਅੰਮ੍ਰਿਤ ਬਾਣੀ ਦੇ ਪਾਸੇ ਵੱਲ, ਉਹਨਾਂ ਦੇ ਹੀ ਮ੍ਰਿਤੂ ਦੇ ਟਾਈਮ ਦੇ ਉੱਤੇ ਮੈਂ ਕ੍ਰੈਮੇਟੋਰੀਅਮ ਜਾ ਕੇ ਉੱਥੇ ਬੁੱਕ ਜੋ ਸਾਈਨ ਕਰੀ ਦੀ ਹੈ ਐਜ਼ ਏ ਪ੍ਰੀਸਟ ਰਵਿਦਾਸੀਆ ਧਰਮ ਦੇ, ਮੈਂ ਸਾਈਨ ਕੀਤੇ ਹੋਇਆ। ਬਹੁਤ ਵਾਰੀ ਮੈਂ ਗਿਆ, ਲੋਕਾਂ ਨੇ ਵੇਖਿਆ ਹੈ, ਜਾਣਦੇ ਹਨ। ਉੱਥੇ ਵੀ ਜੋ ਅਰਦਾਸਾਂ ਹੋਈਆਂ ਹਨ ਉਹ ਅੰਮ੍ਰਿਤ ਬਾਣੀ ਵਿੱਚੋਂ ਉਹ ਕੀਤੀਆਂ ਗਈਆਂ ਹਨ, ਉਸ ਸਮੇਂ ਦੇ ਨਾਲ ਜੋ ਢੁੱਕਦੀਆਂ ਹੁੰਦੀਆਂ ਹਨ। ਸੋ ਇਸ ਕਰਕੇ ਜਨਮ, ਮਰਨ, ਵਿਆਹ, ਸ਼ਾਦੀ, ਉਸ ਦੇ ਸੰਬੰਧ 'ਚ ਇੱਥੋਂ ਤੱਕ ਕਿ ਜੇ ਕੋਈ ਕਹੇ ਜੀ ਕੋਈ ਮਹੀਨਾ ਜੋ ਪ੍ਰਚਲਿਤ ਹੈ ਸਾਡੇ ਧਰਮਾਂ ਵਿੱਚ, ਭਾਰਤ ਵਿੱਚ ਵੀ, ਕਿ ਜੀ ਮੈਂ ਮਹੀਨੇ ਦੇ ਬਾਰੇ ਸੁਣਨਾ ਹੈ, ਉਹਦੇ ਵਿੱਚ 12 ਮਾਹ ਵੀ ਹੈ। ਗਿਆਨੀ ਜੀ ਆਪ ਨੇ ਵੀ ਕਈ ਥਾਵਾਂ 'ਤੇ ਪਾਠ ਕੀਤਾ ਉਸ ਬਾਣੀ ਦਾ, ਤੁਸੀਂ ਜਾਣਦੇ ਹੋ। ਉਸ ਦੇ ਵਿੱਚ ਮੰਗਲਾਚਰਨ ਹੈ, ਉਸ ਦੇ ਵਿੱਚ ਥਿੱਤਵਾਰ ਉਹਦੇ ਸੰਬੰਧ ਵਿੱਚ ਹੀ ਹੈ। ਮੇਰਾ ਮਤਲਬ ਕਹਿਣ ਦਾ ਹੈ ਕਿ ਇਹਨੂੰ ਉਹ ਲੋਕ ਠੀਕ ਨਹੀਂ, ਸਤਿਕਾਰ ਨਹੀਂ ਕਰਦੇ ਗੁਰੂ ਮਹਾਰਾਜ ਦੀ ਬਾਣੀ ਦਾ, ਜਿਹੜੇ ਇਹ ਕਹਿ ਦਿੰਦੇ ਆ ਇਹ ਤਾਂ ਜੀ ਸਿਰਫ 177 ਸਫ਼ੇ ਦੀ ਬਾਣੀ ਆ, 177। ਉਹ ਭਾਈ ਸ਼ਬਦ ਤਾਂ ਇੱਕੋ ਹੀ ਬਹੁਤ ਹੁੰਦਾ ਹੈ, ਇੱਕ ਅੱਖਰ ਮੇਰੇ ਮਨ ਵਾਸਤੇ ਆ, ਬਹੁਰ ਨਾ ਜਨਮੀਆਂ ਵਾ। ਮਤਲਬ ਤਾਂ ਇਹ ਆ ਕਿ ਸਫ਼ਿਆਂ ਦੀ ਗੱਲ ਜਾਂ ਭਾਰੀ ਸਾਰੀ ਗ੍ਰੰਥ ਦੀ ਗੱਲ ਨਹੀਂ ਹੁੰਦੀ, ਗੱਲ ਹੁੰਦੀ ਹੈ ਕਿ ਨਿਚੋੜ ਹੈ, ਬਿਲਕੁਲ ਹੈ, ਸਮੇਂ ਜਿਸ ਚੀਜ਼ ਦੀ ਜ਼ਰੂਰਤ ਹੈ ਉਹ 'ਚ ਹੈ, ਬਿਲਕੁਲ ਹੈ। ਸੋ ਗਿਆਨੀ ਜੀ ਮੈਂ ਆਪ ਨੂੰ, ਤੁਸੀਂ ਜਾਣਦੇ ਹੋ, ਬਾਕੀ ਸਰੋਤਿਆਂ ਨੂੰ ਵੀ ਇਸ ਗੱਲ ਬਾਰੇ ਗਰੰਟੀ ਦਿੰਦਾ ਹਾਂ ਕਿ ਯੈਸ, ਸਾਧ ਸੰਗਤ ਮੇਰਾ ਐਕਸਪੀਰੀਅੰਸ ਹੈ, ਮੈਂ ਆਪ ਲੋਕਾਂ ਦੀ ਸੇਵਾ ਕੀਤੀ ਹੈ। ਗ੍ਰੰਥ ਹੁਣ ਵੀ ਅੰਮ੍ਰਿਤ ਬਾਣੀ ਦੇ ਪ੍ਰਚਾਰ ਜਿੱਥੇ ਹੁੰਦੇ ਹਨ, ਪਾਠ ਹੁੰਦੇ ਹਨ, ਜਿੰਨਾ ਸਮਾਂ ਮਿਲਦਾ ਹੈ ਗਾਇਨ ਵਿੱਚ, ਪੜ੍ਹਨ ਵਿੱਚ, ਉਸ ਦਾ ਅਰਥ ਕਰਨ ਵਿੱਚ ਮੈਂ ਸੇਵਾ ਕਰਦਾ ਹਾਂ। ਔਰ ਗੁਰੂ ਮਹਾਰਾਜ ਕਿਰਪਾ ਕਰੇ, ਮੇਰੀ ਬੁੱਧੀ ਨੂੰ ਹੋਰ ਜ਼ਿਆਦਾ ਪ੍ਰਫੁੱਲਿਤ ਕਰੇ ਕਿ ਮੈਂ ਸਹੀ ਢੰਗ ਨਾਲ ਇਸ ਬਾਣੀ ਦਾ ਪ੍ਰਚਾਰ ਕਰ ਸਕਾਂ। ਸੋ ਇਹ ਚੀਜ਼ ਬਿਲਕੁਲ ਇਹ ਬਾਣੀ ਦੇ ਵਿੱਚ ਹੈ, ਸਾਨੂੰ ਫਿਕਰ ਨਹੀਂ ਕਰਨਾ ਚਾਹੀਦਾ ਕਿ ਪਤਾ ਨਹੀਂ ਹੈ ਕਿ ਨਹੀਂ ਹੈ। ਇਹ ਤਾਂ ਤੁਸੀਂ ਪ੍ਰੋਗਰਾਮ ਕਰਾਓ ਸਾਧ ਸੰਗਤ, ਜਿੱਦਾਂ ਵੀ ਹੈ ਉੱਥੇ ਆਪ ਸਭ ਦੇਖੋਗੇ, ਔਰ ਅਸੀਂ ਸੈਮੀਨਾਰ ਵੀ ਕਰਾਵਾਂਗੇ, ਆਪ ਸਭ ਦੇ ਸਵਾਲ ਜਵਾਬ, ਬੁੱਧੀਜੀਵੀ ਹੋਰ ਗਿਆਨੀ ਉਹਨਾਂ ਨੂੰ ਵੀ ਲਿਆਵਾਂਗੇ ਅਤੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਇਹ ਸੈਟਿਸਫਾਈ ਕਰਾਂਗੇ, ਨਾ ਕਿ ਅਸੀਂ ਇੱਕ ਦੂਜੇ 'ਤੇ ਪਰਸਨੈਲਿਟੀ ਕਲੈਸ਼ ਜਾਂ ਐਵੇਂ ਚਿਕੜ ਚੁਕੜ ਜਿਹਾ ਸੁੱਟੀ ਜਾਈਏ। ਨਹੀਂ, ਸਾਡਾ ਮਤਲਬ ਇਹ ਨਹੀਂ, ਸਾਨੂੰ ਇਹ ਤੋਂ ਉੱਪਰ ਉੱਠਣਾ ਚਾਹੀਦਾ ਹੈ। ਇਸ ਸੰਬੰਧ ਦੇ ਵਿੱਚ ਮੈਂ ਇੱਕ ਵਾਰੀ ਫਿਰ ਗਿਆਨੀ ਜੀ ਆਪ ਨੂੰ
ਹੋਰ 2 ਮਿੰਟ ਦਿੰਦਾ ਤੇ ਫਿਰ ਇਹਨੂੰ ਗੱਲ ਨੂੰ ਲੜੀ ਨੂੰ ਚਾਲੂ ਰੱਖੋ ਕਿ ਰਵਿਦਾਸ ਜੀ, ਗੁਰੂ ਰਵਿਦਾਸ ਜੀ, ਰਵਿਦਾਸੀਆ ਧਰਮ ਔਰ ਅੰਮ੍ਰਿਤ ਬਾਣੀ, ਇਹ ਤਿੰਨਾਂ ਤੇ ਘੁੰਮਦੀ ਆ ਸਾਡੀ ਗੱਲ, ਔਰ ਇਹ ਤੇ ਘੁੰਮਣੀ ਚਾਹੀਦੀ ਆ। ਹਾਂਜੀ, ਹਰ ਧਰਮ ਦੇ ਆਪੋ ਆਪਣੇ ਅਸੂਲ ਨੇ ਜੀ। ਜਿਸ ਢੰਗ ਦੇ ਨਾਲ ਕਿਸੇ ਧਰਮ ਦੀ ਮਰਜ਼ਾਦਾ ਹੈ, ਉਸ ਢੰਗ ਦੇ ਨਾਲ ਉਹ ਆਪਣੇ ਰਹਿਬਰਾਂ ਨੂੰ ਯਾਦ ਕਰਦੇ ਨੇ, ਆਪਣੇ ਗ੍ਰੰਥਾਂ ਦੀ ਪੂਜਾ ਕਰਦੇ ਨੇ। ਅਗਰ ਉਹਨਾਂ ਦੇ ਧਰਮ ਦੀ ਮਰਜ਼ਾਦਾ ਕੋਈ ਨਾ ਰੱਖੇ, ਜਿੱਥੇ ਜਾ ਕੇ ਇਹ ਝਗੜੇ ਸ਼ੁਰੂ ਹੋ ਜਾਂਦੇ ਜੀ, ਕਿਉਂਕਿ ਹਰ ਧਰਮ ਇਹ ਚਾਹੁੰਦਾ ਹੈ ਕਿ ਜਿਸ ਢੰਗ ਦੇ ਨਾਲ ਅਸੀਂ ਪੂਜਾ ਕਰਦੇ ਹਾਂ, ਅਸੀਂ ਸਾਡੀ ਜੋ ਮਰਜ਼ਾਦਾ ਹੈ, ਜਿਵੇਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਰਜ਼ਾਦਾ ਸਿੱਖੀਜ਼ਮ ਸਾਰਾ ਸੰਸਾਰ ਜਾਣਦਾ ਹੈ, ਔਰ ਉਸ ਦਾ ਖਰੜਾ ਜੋ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿਲਦਾ ਹੈ ਕਿ ਕਿਸ ਢੰਗ ਦੇ ਨਾਲ ਇਹਦੀ ਪੂਜਾ ਕਰਨੀ ਹੈ, ਕਿਸ ਢੰਗ ਦੇ ਨਾਲ ਸਤਿਕਾਰ ਕਰਨਾ ਹੈ, ਔਰ ਕਿਹੜੇ ਲੋਕ ਨੇ ਜੋ ਅੰਮ੍ਰਿਤ ਛਕ ਕੇ ਇਸ ਗੁਰੂ ਵਾਲੇ ਬਣਦੇ ਨੇ ਤੇ ਇਸ ਗੁਰੂ ਨੂੰ ਮੰਨਦੇ ਨੇ। ਉਸੇ ਤਰ੍ਹਾਂ ਅਗਰ ਇਸੇ ਢੰਗ ਦੇ ਨਾਲ ਜੇਕਰ ਉਹਨਾਂ ਦੇ ਧਰਮ ਦੇ ਖਿਲਾਫ ਕੋਈ ਜਾ ਕੇ ਤੇ ਆਪਣਾ ਹੀ ਆਪਣੇ ਤੌਰ ਤਰੀਕੇ ਦੇ ਨਾਲ, ਜਿਵੇਂ ਉਹਨਾਂ ਦੇ ਗੁਰਦੁਆਰਿਆਂ ਦੇ ਵਿੱਚ ਦੇਖੋ ਕਿ ਖੰਡੇ ਦੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਔਰ ਅੰਮ੍ਰਿਤਧਾਰੀ ਨੇ ਪੂਰੀ ਮਰਜ਼ਾਦਾ ਉਹਨਾਂ ਦੀ, ਤੇ ਜੇਕਰ ਅਸੀਂ ਉਸ ਤੋਂ ਉਲਟ ਕਰਦੇ ਹਾਂ ਤੇ ਫਿਰ ਧਰਮਾਂ ਦੇ ਵਿੱਚ ਫਿਰ ਝਗੜਾ ਹੁੰਦਾ ਕਿ ਇਹ ਵੀ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਇਸ ਦੀ ਜਿਹੜੀ ਮਰਜ਼ਾਦਾ ਆ ਹੈ ਤੇ ਇੱਥੇ ਕਿਸ ਢੰਗ ਦੇ ਨਾਲ ਮੰਨਿਆ ਜਾ ਰਿਹਾ ਹੈ। ਠੀਕ ਹੈ, ਅਸੀਂ ਅਗਲੇ ਚੈਪਟਰ, ਅਗਲੇ ਭਾਗ 'ਚ ਫਿਰ ਬਾਕੀ ਗੱਲ ਕਰਾਂਗੇ। ਜੈ ਗੁਰਦੇਵ। ਹੁਣ ਅਸੀਂ ਬ੍ਰੇਕ ਤੇ ਜਾ ਰਹੇ ਹਾਂ। ਹੈਲੋ ਵਨਸ ਅਗੇਨ, ਜੈ ਗੁਰਦੇਵ ਸਭ ਰਵਿਦਾਸੀਆਂ ਨੂੰ। ਅਸੀਂ ਗੱਲ ਨੂੰ ਕੰਟੀਨਿਊ ਕਰਾਂਗੇ, ਭਾਵੇਂ ਸਮਾਂ ਬਹੁਤ ਥੋੜ੍ਹਾ ਹੈ। ਗਿਆਨੀ ਜੀ ਇਸ ਗੱਲ ਤੇ ਬੋਲ ਰਹੇ ਸਨ, ਮੈਂ ਬੱਚਿਆਂ ਨੂੰ ਵੀ ਦੱਸ ਦਿਆਂ ਕਿ ਇਟਸ ਅ ਫਰੀडम ਟੂ ਐਵਰੀਬਾਡੀ ਟੂ ਫਾਈਂਡ ਅ ਰਿਲੀਜਨ ਅਕੋਰਡਿੰਗ ਟੂ ਹਿਜ਼ ਓਨ ਕਨਵਿਕਸ਼ਨ। ਇਹ ਸਾਡਾ ਆਈਡੀਅਲ ਆ। ਇਸ ਸੰਬੰਧ ਦੇ ਵਿੱਚ ਗਿਆਨੀ ਜੀ ਦੀ ਮੈਂ ਸਿਫਤ ਕਰਾਂਗਾ ਕਿ ਪਿਛਲੇ ਸਾਲ ਸਾਡੇ ਨਾਲ ਲੰਡਨ ਵਿਖੇ ਇਹ ਜੋ ਸੰਸਥਾ ਹੈ, ਇਨਫੋਰਮੇਸ਼ਨ ਅਬਾਊਟ ਇਨਫੋਰਮੇਸ਼ਨ ਨੈਟਵਰਕ ਔਨ ਰਿਲੀਜੀਅਸ ਮੂਵਮੈਂਟਸ, ਇਹਦੇ ਵਿੱਚ ਗਿਆਨੀ ਜੀ ਸਾਡੇ ਨਾਲ ਗਏ ਸਨ। ਇਹਨਾਂ ਨੇ ਰਵਿਦਾਸੀਆ ਧਰਮ ਬਾਰੇ ਸਾਰੀਆਂ ਗੱਲਾਂ ਦੱਸੀਆਂ। ਹੋਪ ਕਰਦੇ ਹਾਂ ਕਿ ਜਿਹੜੀ ਈਅਰਲੀ ਬੁੱਕ ਉੱਥੇ ਛਪਦੀ ਹੈ ਲੰਡਨ WC2 ਇਸ ਇਨਫੋਰਮੇਸ਼ਨ ਨੈਟਵਰਕ ਔਨ ਰਿਲੀਜੀਅਸ ਮੂਵਮੈਂਟਸ, ਉਹਦੇ ਵਿੱਚ ਜੋ ਕੁਛ ਇਹ ਕਹਿ ਰਹੇ ਆ ਉਹ ਦੱਸ ਕੇ ਆਏ ਆ। ਉਹ ਜਦੋਂ ਛਪੇਗਾ ਤਾਂ ਆਪ ਤੇ ਸਨਮੁਖ ਕੀਤਾ ਜਾਵੇਗਾ। ਹਾਂਜੀ ਗਿਆਨੀ ਜੀ, ਤੇ ਤੁਸੀਂ ਕਹਿ ਰਹੇ ਸੀ ਕਿ ਜਿਸ ਤਰ੍ਹਾਂ ਸਿੱਖ ਭਾਈ ਆਪਣੀ ਮਰਿਆਦਾ 'ਚ ਰਹਿੰਦੇ ਆ, ਉਸੇ ਤਰ੍ਹਾਂ ਰਵਿਦਾਸੀਆਂ ਨੂੰ ਕਿਹੜੀ ਮਰਿਆਦਾ ਵਿੱਚ ਆ ਕੇ ਆਪਣਾ ਧਰਮ ਪਾਲਣਾ ਚਾਹੀਦਾ। ਰਵਿਦਾਸੀਆ ਕੌਮ ਜੋ ਹੈ ਇਹ ਕੋਈ ਧਰਮ ਅੱਜ ਦਾ ਨਹੀਂ। ਬਹੁਤ ਅੱਛਾ। 6 ਸਾਲ ਤੋਂ ਪਹਿਲਾਂ 600 ਸਾਲ ਤੋਂ ਪਹਿਲਾਂ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਪੂਰਨ ਸੰਤ, ਜਿਨ੍ਹਾਂ ਦੇ ਬਹੁਤ ਸਾਰੇ ਸੇਵਕ ਹੋਏ ਨੇ ਜੀ, ਔਰ ਉਹ ਸੇਵਕ ਉਸ ਸਮੇਂ ਤੇ ਜਦੋਂ ਉਹਨਾਂ ਦੇ ਕੋਲੋਂ ਦੀਖਿਆ ਲੈਂਦੇ ਸਨ, ਕੀ ਕਹਿੰਦੇ ਸਨ? ਸਤਿਗੁਰੂ ਰਵਿਦਾਸ ਮਹਾਰਾਜ ਜੀ। ਤੇ ਅੱਜ ਸਤਿਗੁਰੂ ਰਵਿਦਾਸ ਮਹਾਰਾਜ ਦੀ ਕਿਤਨੀ ਕਿਰਪਾ ਹੈ, ਇਤਨੀ ਜਾਗਰਤੀ ਆਈ ਹੈ, ਖਾਸ ਕਰਕੇ ਜੋ ਨੌਜਵਾਨ ਨੇ ਜੀ, ਨੌਜਵਾਨ ਤਬਕਾ ਹੈ, ਉਹਨਾਂ ਨੂੰ ਕਿੰਨੀ ਜਾਗਰਤੀ ਆਈ ਹੈ। ਇਸ ਬਾਣੀ ਦੇ ਵਿੱਚ ਉਹਨਾਂ ਨੂੰ ਸੂਝ-ਬੂਝ ਪ੍ਰਾਪਤ ਹੋਈ ਹੈ ਕਿ ਕਿਆ ਤੂੰ ਸੋਇਆ ਜਾਗ ਇਹ ਆਨਾ, ਤੈਂ ਜੀਵਨ ਜਗ ਸੱਚ ਕਰ ਜਾਣਾ। ਤੇ ਰਵਿਦਾਸੀਆ ਕੌਮ ਵਧਾਈ ਦੀ ਪਾਤਰ ਹੈ ਜੋ ਕਿ ਇੱਕ ਸੰਪੂਰਨਤਾ ਧਰਮ ਸਾਨੂੰ ਮਿਲਿਆ ਹੈ। ਔਰ ਅੱਜ ਅਸੀਂ ਬੜੇ ਫਖਰ ਦੇ ਨਾਲ ਕਹਿ ਸਕਦੇ ਹਾਂ ਕਿ ਜੋ ਚਮਾਰ ਜਾਤੀ ਸੀ, ਇਸ ਜਾਤੀ ਦੇ ਵਿੱਚ ਪੈਦਾ ਹੋਏ ਮਹਾਨ ਸੰਤ ਸਤਿਗੁਰੂ ਰਵਿਦਾਸ ਮਹਾਰਾਜ ਜੀ, ਉਹਨਾਂ ਦੀ ਬਾਣੀ ਦੀ ਰਿਸਰਚ ਕੀਤੀ। ਅੱਜ ਬਾਣੀ ਦੀ ਕਿਰਪਾ ਦੁਆਰਾ ਇਹ ਧਰਮ ਸੰਪੂਰਨ ਹੋਇਆ ਤੇ ਸਾਨੂੰ ਇਸ ਧਰਮ ਦੀ ਛਤਰ ਛਾਇਆ ਹੇਠ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ, ਕਿਉਂਕਿ ਜਿੱਥੋਂ ਅਧਿਆਤਮਿਕ ਗਿਆਨ ਪ੍ਰਾਪਤ ਹੋ ਰਿਹਾ ਹੈ, ਸਾਡੇ ਸਮਾਜ ਦੇ ਕੰਮ ਸੰਪੂਰਨ ਹੋ ਰਹੇ ਨੇ। ਹੋਰ ਮਨੁੱਖ ਨੂੰ ਚਾਹੀਦਾ ਕੀ ਹੈ? ਤੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਬੜੀ ਕਿਰਪਾ ਤੇ ਮੈਂ ਰਵਿਦਾਸੀਆ ਕੌਮ ਨੂੰ ਇਹ ਬੇਨਤੀ ਕਰਦਾ ਹਾਂ ਕਿ ਆਪਣੇ ਗਿਲੇ ਸ਼ਿਕਵੇ ਦੂਰ ਕਰਕੇ ਜੋ ਧਰਮ ਦੀ ਮਰਜ਼ਾਦਾ ਹੁੰਦੀ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਠੀਕ ਹੈ ਗਿਆਨੀ ਜੀ, ਬਹੁਤ ਧੰਨਵਾਦ। ਸਾਡੇ ਰਮੇਸ਼ ਕਲੇਰ ਜੀ ਬੈਠੇ ਨੇ, ਉਹਨਾਂ ਨੇ ਇੱਕ ਸਵਾਲ ਉਹਦਾ ਜਵਾਬ ਦੇਣਾ ਹੈ, ਪਰ ਇਸ ਤੋਂ ਪਹਿਲਾਂ ਕੱਲ 26 ਤਰੀਕ ਨੂੰ ਸ਼੍ਰੀ ਗੁਰੂ ਰਵਿਦਾਸ ਟੈਂਪਲ ਐਮਸਟਰਡੈਮ
ਉੱਥੇ ਸੰਤ ਰਾਮਾਨੰਦ ਜੀ ਦੀ ਬਰਸੀ ਮਨਾਈ ਜਾ ਰਹੀ ਹੈ ਔਰ ਇਸੇ ਤਰ੍ਹਾਂ 3 ਜੁਲਾਈ ਫਰੈਂਕਫਰਟ ਵਿਖੇ ਸ਼ਹੀਦੀ ਬਰਸੀ ਮਨਾਈ ਜਾ ਰਹੀ ਹੈ। ਮੈਂ ਰਮੇਸ਼ ਜੀ ਨੂੰ ਫਿਊ ਸੈਕਿੰਡ ਦਿੰਦਾ ਹਾਂ ਕਿ ਇਹਨਾਂ ਨੇ ਉਤਾਵਲੇ ਹਨ ਕੁਝ ਗੱਲ ਕਰਨੀ ਹੈ। ਹਾਂਜੀ ਬੱਲੀ ਸਾਹਿਬ, ਮੇਰੇ ਵੱਲ ਨੂੰ ਲੋਕੀ ਉਂਗਲਾਂ ਕਰਦੇ, ਜਦੋਂ ਇੱਕ ਉਂਗਲ ਮੇਰੇ ਵੱਲ ਨੂੰ ਕਰਦੇ 3 ਉਂਗਲਾਂ ਉਹਨਾਂ ਵੱਲ ਨੂੰ ਹੁੰਦੀਆਂ ਆ। ਜਦੋਂ ਤੋਂ ਮੈਂ ਅੰਮ੍ਰਿਤ ਬਾਣੀ ਦੇ ਨਾਲ ਜੁੜਿਆ ਆ ਉਸ ਦਿਨ ਤੋਂ ਮੇਰੇ ਦੇ ਉੱਤੇ ਕਈ ਤਰ੍ਹਾਂ ਦੀਆਂ ਊਣਤਾਂ ਦੀਆਂ ਗੱਲਾਂ ਗੁੱਲਾਂ ਪੁੱਠੀਆਂ ਸਿੱਧੀਆਂ ਕਰਦੇ ਆ। ਉਹ ਕਹਿੰਦੇ ਗਿਰਤੇ ਹੈ ਸ਼ਾਹੇ ਸਵਾਰ ਹੀ ਮੈਦਾਨੇ ਜੰਗ ਮੇਂ, वो तिफल क्या गिरेगा जो घुटनों के बल चले। बहुत अच्छा क्लियर जी, साडा समा खत्म हो गया। नाल मैं एक होर कहना है कि भाई हम किसी टाणी के टूटे हुए पत्ते नहीं, हवाओं को बोल दो औकात में रहें। ਚਲੋ ਇਹ ਤੁਹਾਡੇ ਆਪਣੇ ਵਿਚਾਰ ਆ, ਮੈਂ ਤੁਹਾਨੂੰ ਵਧਾਈ ਦਿੰਦਾ। ਤੋ ਇਹਨਾਂ ਸ਼ਬਦਾਂ ਨਾਲ ਸਾਧ ਸੰਗਤ ਤੁਹਾਨੂੰ ਇਜਾਜ਼ਤ ਚਾਹੁੰਦੇ ਆ। ਇੱਕ ਵਾਰ ਫੇਰ ਧੰਨ ਗੁਰਦੇਵ, ਜੈ ਗੁਰਦੇਵ।
ऐसी लाल तुझ बिन कौन करे। ऐसी लाल तुझ बिन कौन करे। गरीब निवाज गुसैया मेरा, गरीब निवाज गुसैया मेरा, माथे छत्र तरे, माथे छत्र तरे। तुझ बिन कौन करे। ऐसी लाल तुझ बिन कौन करे। जाकी शोत जगत को लागे, जाकी शोत जगत को लागे। का पर तू ही डरे, का पर तू ही डरे। तुझ बिन कौन करे। ऐसी लाल तुझ बिन कौन करे। नीचे ऊंच करे मेरा गोविंद, मेरा गोविंद, मेरा गोविंद, मेरा गोविंद, मेरा गोविंद। नीचे ऊंच करे मेरा गोविंद, काहू तेना डरे, काहू तेना डरे। तुझ बिन कौन करे। ऐसी लाल तुझ बिन कौन करे। नाम देव कबीर त्रिलोचन, नाम देव कबीर त्रिलोचन। सदना सैन तरे, सदना सैन तरे। तुझ बिन कौन करे। ऐसी लाल तुझ बिन कौन करे। कहे रविदास सुनो रे संतो, सुनो रे संतो, सुनो
संतो सुनो रे संतो सुनो रे संतो। कह रविदास सुनो रे संतो हर जियो ते सबे सरे हर जियो ते सबे सरे तुझ बिन कौन करे तुझ बिन कौन